ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਨਿਆ ਪੇਖਿਆ, ਸਿਪਿਰ ਗਰਭਾਸ ਨ ਪਰਿਆਰੇ। ਗੁਰ ਨਾਨਕ ਜਿਨ ਸੁਨਿਆ ਪੇਖਿਆ, ਸਿਪਿਰ ਗਰਭਾਸ ਨ ਪਰਿਆਰੇ। ਧੰਨ ਵਾਹਿਗੁਰੂ ਸਾਹਿਬ ਜੀ। ਸ਼੍ਰੀ ਰਾਗ ਮਹੱਲਾ ਪਹਿਲਾ। ਲੱਭ ਕੁੱਤਾ ਕੂੜ ਚੋਹੜਾ, ਠੱਗ ਖਾਦਾ ਮੁਰਦਾਰ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਨਾ, ਏ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ। ਨੀਚ ਕਰਮ ਬੈ ਰੋਏ ਰਹਾਉ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੈ ਘਟ ਨਾਮ ਨਿਵਾਸ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ। ਨੀਚ ਕਰਮ ਬੈ ਰੋਏ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ। ਨੀਚ ਕਰਮ ਬੈ ਰੋਏ। ਰਸ ਸੋਇਣਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ। ਏਤੇ ਰਸ ਸਰੀਰ ਕੈ ਘਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਵਖਾਣ। ਤਿਨ ਮਤ ਤਿਨ ਪਤ ਤਿਨ ਤਨ ਭੱਲੈ, ਜਿਨ ਹਿਰਦੈ ਰਹਿਆ ਸਮਾਏ। ਤਿਨ ਕਾ ਕਿਆ ਸਲਾਹਣਾ, ਅਵਰ ਸਵਾਲਿਓ ਕਾਇ। ਨਾਨਕ ਨਦਰੀ ਬਾਹਰੇ, ਰਾਚੈ ਦਾਨ ਨਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ 'ਤੇ ਅਥਾਹ ਸਤਿਗੁਰੂ ਜੀ ਰਹਿਮਤ ਅਤੇ ਬਖਸ਼ਿਸ਼ ਹੋ ਰਹੀ ਹੈ। ਗੁਰੂ ਕੀ ਪਾਵਨ ਬਾਣੀ ਦੀ ਵਿਚਾਰ ਸਰਵਣ ਕਰਨ ਦੇ ਵਾਸਤੇ ਅਕਸਰ ਵੱਖ-ਵੱਖ ਵਿਦਵਾਨ ਸੱਜਣਾ ਪਾਸੋਂ ਆਪ ਜੀ ਇੱਕ ਬਾਣੀ ਚੈਨਲ ਦੇ ਮਾਧਿਅਮ ਰਾਹੀਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹੋ। ਸਾਹਿਬ ਨੇ ਕਿਰਪਾ ਕੀਤੀ ਹੈ, ਅੱਜ ਆਪ ਸਰਬੱਤ ਸੰਗਤਾਂ ਵਿੱਚ ਗੁਰੂ ਨਾਨਕ ਬਾਣੀ ਵਿੱਚੋਂ ਸਤਿਗੁਰੂ ਜੀ ਦੇ 33 ਸ਼੍ਰੀ ਰਾਗ ਦੇ ਸ਼ਬਦਾਂ ਵਿੱਚੋਂ ਚੌਥੇ ਸ਼ਬਦ ਦੀ ਵਿਚਾਰ ਕਰਨ ਦਾ ਇਹ ਸਤਿਗੁਰੂ ਜੀ ਨੇ ਮੌਕਾ ਬਖਸ਼ਿਆ ਹੈ। 3 ਸ਼ਬਦਾਂ ਦੀ ਆਪ ਸਰਬੱਤ ਸੰਗਤਾਂ ਵਿਚਾਰ ਸਰਵਣ ਕਰ ਚੁੱਕੇ ਹੋ। ਆਓ ਬੜੇ ਪ੍ਰੇਮ ਸਹਿਤ ਸਰਬੱਤ ਸੰਗਤਾਂ ਇਸ ਪਾਵਨ ਸ਼ਬਦ ਦੀ ਵਿਚਾਰ ਨੂੰ ਸਰਵਣ ਕਰੋ ਜੀ। ਸਰਬੱਤ ਸੰਗਤਾਂ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਬਾਬਾ ਬੋਲੀਐ ਪਤ ਹੋਏ। ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਐਸੇ ਬੋਲ ਸੱਜਣਾ ਬੋਲ, ਕਿ ਜਿਹਦੇ ਬੋਲਾਂ ਨਾਲ ਤੈਨੂੰ ਇੱਜ਼ਤ ਦੀ ਪ੍ਰਾਪਤੀ ਹੋ ਜਾਏ। ਬਾਬਾ ਬੋਲੀਐ ਪਤ ਹੋਏ। ਪਤ ਕਹਿੰਦੇ ਹਨ ਇੱਜ਼ਤ ਨੂੰ। ਸੱਚਮੁੱਚ ਇਹ 'ਚ ਕੋਈ ਸ਼ੱਕ ਨਹੀਂ ਕਿ ਬੰਦੇ ਦੀ ਜਿਹੜੀ ਬੋਲੀ ਹੈ, ਜੇ ਉਹ ਮਿਠਾਸ ਵਾਲੀ ਹੋਵੇਗੀ ਤੇ ਉਸ ਬੰਦੇ ਨੂੰ ਇੱਜ਼ਤ ਦੀ ਪ੍ਰਾਪਤੀ ਹੋਏਗੀ। ਜਦੋਂ ਆਪਾਂ ਕਿਸੇ ਨੂੰ ਮੈੜੇ ਭੈੜੇ ਬੋਲ ਬੋਲਾਂਗੇ ਤਾਂ ਉਹ ਭੈੜੇ ਬੋਲਾਂ ਕਰਕੇ ਫਿਰ ਅੱਗੋਂ ਯਾਦ ਰੱਖੋ ਦੂਜਾ ਇਨਸਾਨ ਜਾਂ ਦੂਜਾ ਬੰਦਾ ਸਾਨੂੰ ਇੱਜ਼ਤ ਨਹੀਂ ਦੇਵੇਗਾ। ਇਸ ਕਰਕੇ ਬੋਲ ਉਹ ਬੋਲਣੇ ਚਾਹੀਦੇ ਆ ਜਿਨ੍ਹਾਂ ਬੋਲਾਂ ਕਰਕੇ ਇੱਜ਼ਤ ਤੇ ਮਾਣ ਪ੍ਰਾਪਤ ਹੋ ਸਕੇ। ਸਤਿਗੁਰੂ ਨੇ ਕਿਹਾ ਹੈ ਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਕੋਮਲ ਬਾਣੀ ਸਭ ਕੋ ਸੰਤੋਖ ਹੈ। ਇੱਥੇ ਬਾਣੀ ਸ਼ਬਦ ਦਾ ਅਰਥ ਹੈ ਬੋਲ ਬਾਣੀ, ਤੁਹਾਡੇ ਬੋਲ, ਤੁਹਾਡੇ ਸ਼ਬਦ
ਕੋਮਲ ਬਾਣੀ ਸਭ ਕੋ ਸੰਤੋਖ ਹੈ। ਤੁਹਾਡੀ ਬੋਲ ਬਾਣੀ ਜੇ ਕੋਮਲ ਹੈ, ਪਵਿੱਤਰ ਹੈ, ਤੁਹਾਡੀ ਬੋਲ ਬਾਣੀ ਜੇ ਯਾਦ ਰੱਖੋ ਮਿਠਾਸ ਵਾਲੀ ਹੈ, ਤਾਂ ਦੂਜਿਆਂ ਨੂੰ ਵੀ ਸੰਤੋਖ ਦੀ ਯਾਦ ਰੱਖੋ ਪ੍ਰਾਪਤੀ ਹੁੰਦੀ ਹੈ ਤੁਹਾਡੇ ਨੇੜੇ ਬੈਠ ਕੇ। ਇਸ ਕਰਕੇ ਬੋਲ ਬਾਣੀ ਬੰਦੇ ਦੀ ਬਹੁਤ ਹੀ ਸੁੰਦਰ ਹੋਣੀ ਚਾਹੀਦੀ ਹੈ। ਜਦੋਂ ਬੰਦੇ ਦੀ ਬੋਲ ਬਾਣੀ ਵਧੀਆ ਹੋਵੇ ਤਾਂ ਕਈ ਵਾਰ ਇਹੋ ਜਿਹਾ ਵਕਤ ਵੀ ਆ ਜਾਂਦਾ ਹੈ ਕਿ ਪਰਮੇਸ਼ਰ ਦੇ ਦਰ ਦਾ ਭਾਗੀਦਾਰ ਬਣ ਜਾਂਦਾ ਉਹ। ਤੇ ਮਹਾਰਾਜ ਕਹਿੰਦੇ ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਸਤਿਗੁਰੂ ਕਹਿੰਦੇ ਆ ਕਿ ਜਦੋਂ ਬੋਲ ਨਹੀਂ ਚੰਗੇ, ਬੋਲ ਭੈੜੇ ਹੋਣਗੇ, ਤੇ ਯਾਦ ਰੱਖੋ ਇਹ ਜਿਹੜੇ ਫਿੱਕੇ ਬੋਲ ਹੈ ਉਹਨਾਂ ਨੂੰ ਬੋਲਣ ਦੇ ਨਾਲ ਸਭ ਕੁਝ ਫਿੱਕਾ ਹੋ ਜਾਏਗਾ। ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ, ਫਿੱਕਾ ਫਿੱਕੀ ਸਦੀ ਹੈ, ਫਿੱਕੋ ਫਿੱਕੀ ਸੋਏ, ਫਿੱਕਾ ਦਰਗਹਿ ਸਤੀਐ, ਮੋਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਮਹਾਰਾਜ ਕਹਿੰਦੇ ਜਿਹੜੇ ਫਿੱਕੇ ਬੋਲ ਆ ਉਹ ਯਾਦ ਰੱਖੋ ਬੰਦੇ ਨੂੰ ਅੰਦਰੂਨੀ ਤੌਰ ਤੇ ਫਿੱਕਿਆਂ ਕਰ ਦਿੰਦੇ ਆ। ਸਤਿਗੁਰੂ ਕਹਿੰਦੇ ਆ ਭਾਈ ਸੱਜਣਾ ਤੇਰੇ ਬੋਲ ਮਿੱਠੇ ਹੋਣ, ਜੇ ਤੇਰੇ ਬੋਲ ਮਿੱਠੇ ਆ ਤੇ ਤੈਨੂੰ ਇੱਜ਼ਤ ਦੀ ਪ੍ਰਾਪਤੀ ਹੋਵੇਗੀ, ਤੇ ਜੇ ਤੇਰੇ ਬੋਲ ਮਿੱਠੇ ਨਹੀਂ ਤੇ ਸੱਜਣਾ ਇਹ ਗੱਲ ਸਮਝ ਲੈ, ਇੱਕ ਫਿੱਕਾ ਨਾ ਗਲਾਏ ਸਭਨਾ ਮੇ ਸੱਚਾ ਧਨੀ, ਹਿਆਓ ਨਾ ਕਹੀ ਠਾਏ, ਮਾਨਕ ਸਭ ਅਮੋਲ ਵੇ। ਸਤਿਗੁਰੂ ਪਾਤਸ਼ਾਹ ਜੀ ਬਚਨ ਕਰਦੇ, ਮਹਾਰਾਜ ਕਹਿੰਦੇ ਜੇ ਤੂੰ ਫਿੱਕੇ ਬੋਲ ਨਹੀਂ ਬੋਲੇਗਾ ਤਾਂ ਪਰਮੇਸ਼ਰ ਮਾਲਕ ਜੋ ਮਿਠਾਸ ਵਾਲਾ ਪਰਮੇਸ਼ਰ ਹੈ ਉਹਦੇ ਨਾਲ ਤੇਰੀ ਪ੍ਰੀਤ ਬਣ ਜਾਏਗੀ। ਤੇ ਜੇ ਤੇਰੀ ਪ੍ਰੀਤ ਉਸ ਪਰਮੇਸ਼ਰ ਨਾਲ ਨਹੀਂ ਬਣੀ, ਫਿੱਕੇ ਬੋਲ ਬੋਲਦਾ ਰਿਹਾ, ਫਿਰ ਜੀਵਨ ਦੇ ਵਿੱਚ ਖਵਾਰ ਹੋਵੇਗਾ। ਇਸ ਕਰਕੇ ਆਪਣੀ ਬੋਲੀ ਜਿਹੜੀ ਹੈ ਉਹਨੂੰ ਸੁਧਾਰ। ਤੇਰੀ ਬੋਲ ਬਾਣੀ ਬੜੀ ਪਵਿੱਤਰ ਹੋਣੀ ਚਾਹੀਦੀ ਹੈ। ਸਤਿਗੁਰੂ ਜੀ ਦਾ ਬਚਨ ਗੰਢ ਪ੍ਰੀਤੀ ਮਿੱਠੇ ਬੋਲ। ਕਹਿੰਦੇ ਅੰਦਰ ਰਿਸ਼ਤਾ ਹੀ ਪਰਮੇਸ਼ਰ ਨਾਲ ਤਾਂ ਬਣ ਸਕਦਾ ਹੈ ਜੇ ਮਿੱਠੇ ਬੋਲ ਹੋਣਗੇ, ਕਿਉਂਕਿ ਪਰਮੇਸ਼ਰ ਦਾ ਸੁਭਾਅ ਵੀ ਮਿੱਠੇ ਬੋਲਾਂ ਵਾਲਾ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਵੇਖੋ ਰੱਬ ਪਰਮੇਸ਼ਰ ਦਾ ਸੁਭਾਅ ਕਿੰਨਾ ਪਿਆਰਾ ਹੈ, ਉਹ ਕਦੇ ਨਾ ਬੋਲੇ ਕੌੜਾ। ਉਹ ਤੇ ਕੌੜੇ ਬੋਲ ਵਰਤਦਾ ਹੀ ਨਹੀਂ, ਬੋਲਦਾ ਹੀ ਨਹੀਂ। ਤੇ ਜੇ ਸੱਜਣਾ ਐਸੇ ਪਰਮੇਸ਼ਰ ਦੇ ਸੇਵਕ ਬਣਨਾ ਹੈ ਤਾਂ ਫਿਰ ਤੈਨੂੰ ਤੇਰੀ ਆਪਣੀ ਜਿਹੜੀ ਬੋਲ ਬਾਣੀ ਹੈ ਇਹਨੂੰ ਸੁਧਾਰਨਾ ਪਵੇਗਾ। ਜਦੋਂ ਬੰਦਾ ਆਪਣੀ ਬੋਲ ਬਾਣੀ ਨੂੰ ਸੁਧਾਰ ਲੈਂਦਾ ਹੈ ਉਦੋਂ ਮਹਾਰਾਜ ਕਹਿੰਦੇ ਜੀਵਨ ਬੜਾ ਉੱਤਮ ਬਣਦਾ ਹੈ। ਉੱਤਮ ਵਾਲੇ ਨੂੰ ਹੀ ਪਰਮੇਸ਼ਰ ਦੇ ਦਰ ਤੇ ਯਾਦ ਰੱਖੋ ਸਤਿਕਾਰ ਪ੍ਰਾਪਤ ਹੁੰਦਾ ਹੈ, ਇੱਜ਼ਤ ਪ੍ਰਾਪਤ ਹੁੰਦੀ ਹੈ। ਊਤਮ ਸੇ ਦਰ ਊਤਮ ਕਹੀਐ। ਤੇ ਜੇ ਕੋਈ ਕੌੜੇ ਬੋਲ ਭੈੜੇ ਬੋਲ ਬੋਲੇ ਤਾਂ ਉਹ ਹਮੇਸ਼ਾ ਯਾਦ ਰੱਖੋ ਜੀਵਨ ਵਿੱਚ ਖਵਾਰ ਹੁੰਦਾ ਹੈ, ਕੋਈ ਵੀ ਉਹਨੂੰ ਇੱਜ਼ਤ ਨਹੀਂ ਦਿੰਦਾ। ਇਸ ਕਰਕੇ ਜੇ ਐਸੇ ਰੱਬ ਨੂੰ ਸਿਮਰ ਰਿਹਾ ਹੈ ਕਿ ਜਿਹਦੇ ਬੋਲ ਮਿੱਠੇ ਹਨ, ਜਿਹਦੀ ਭਾਸ਼ਾ ਪਿਆਰੀ ਹੈ, ਐਸੇ ਫਿਰ ਪਰਮੇਸ਼ਰ ਦੇ ਨਾਲ ਜੁੜ ਕੇ ਆਪਣਾ ਸੁਭਾਅ ਵੀ ਇਹੋ ਜਿਹਾ ਬਣਾ ਲੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ, ਹਉ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਕੌੜਾ ਬੋਲ ਨਾ ਜਾਣੈ ਪੂਰਨ ਭਗਵਾਨੈ, ਅਵਗਣ ਕੋ ਨਾ ਚਿਤਾਰੈ। ਇਹੋ ਜਿਹਾ ਹੈ ਪਰਮੇਸ਼ਰ ਮਾਲਕ ਦਾ ਸੁਭਾਅ ਕਿ ਕੌੜੇ ਬੋਲ ਨਹੀਂ ਬੋਲਦਾ। ਇਹੋ ਜਿਹਾ ਮਿਠਾਸ ਭਰਿਆ ਸੁਭਾਅ ਹੈ। ਤੂੰ ਵੀ ਸੱਜਣਾ ਆਪਣੀ ਬੋਲ ਬਾਣੀ ਨੂੰ ਸੁਧਾਰ ਲੈ। ਸਾਧ ਸੰਗਤ ਆ ਜਿਹੜੀ ਜ਼ੁਬਾਨ ਹੈ ਇਹ ਮਾਸ ਦਾ ਟੁਕੜਾ ਹੈ। ਇਹ ਮਾਸ ਦਾ ਟੁਕੜਾ, ਇਹਦੇ ਰਾਹੀਂ ਬੰਦਾ ਭੈੜੇ ਬੋਲ ਬੋਲੇਗਾ ਤੇ ਯਾਦ ਰੱਖੋ ਇਹੀ ਜ਼ੁਬਾਨ ਦਾ ਟੁਕੜਾ ਕਈ ਵਾਰ ਭੈੜੇ ਬੋਲ ਬੋਲਣ ਵਾਲੇ ਨੂੰ ਕੁੱਟ ਪਵਾ ਦਿੰਦਾ ਹੈ। ਤੇ ਇਹੀ ਜ਼ੁਬਾਨ ਯਾਦ ਰੱਖੋ ਜਦੋਂ ਕਿਸੇ ਨੂੰ ਸਤਿਕਾਰ ਦੇ ਸ਼ਬਦ ਵਰਤਦੀ ਹੈ, ਸਤਿਕਾਰਤ ਸ਼ਬਦ ਭਰੇ ਵਰਤਦੀ ਆ, ਤੇ ਇਹੀ ਜ਼ੁਬਾਨ ਜਿਹੜੀ ਹੈ ਕਈ ਵਾਰ ਕਿਸੇ ਨੂੰ ਇੱਜ਼ਤ ਦਿਵਾ ਦਿੰਦੀ ਹੈ। ਇਹ 'ਚ ਕੋਈ ਸ਼ੱਕ ਨਹੀਂ। ਇੱਕ ਰਾਜਾ ਸੀ, ਉਹਨੂੰ ਸੁਪਨਾ ਆਇਆ। ਸੁਪਨੇ ਦੇ ਵਿੱਚ ਜਿਹੜੇ ਦੰਦ ਨੇ ਸਾਰੇ ਉਹਦੇ ਟੁੱਟ ਗਏ। ਉਹਨੇ ਇੱਕ ਵਿਦਵਾਨ ਨੂੰ ਬੁਲਾਇਆ। ਉਸ ਵਿਦਵਾਨ ਨੂੰ ਆਪਣੇ ਮਹਿਲ ਵਿੱਚ ਬੁਲਾ ਕੇ ਕਹਿਣ ਲੱਗਾ ਕਿ ਵਿਦਵਾਨ ਜੀ ਮੈਨੂੰ ਇੱਕ ਸੁਪਨਾ ਆਇਆ ਵਾ, ਸੁਪਨੇ ਦੇ ਵਿੱਚ ਮੇਰੇ ਜਿਹੜੇ ਜਿੰਨੇ ਵੀ ਦੰਦ ਨੇ ਸਾਰੇ ਟੁੱਟ ਗਏ, ਮੈਨੂੰ ਇਹਦਾ ਭਾਵ ਸਮਝਾਓ, ਇਹਦਾ ਮਤਲਬ ਸਮਝਾਓ। ਉਹ ਵਿਦਵਾਨ ਕਹਿਣ ਲੱਗਾ ਕਿ ਰਾਜਨ ਅਸਲ ਦੇ ਵਿੱਚ ਤੇਰੇ ਸਾਹਮਣੇ, ਤੇਰੇ ਯਾਦ ਰੱਖ ਸਾਹਮਣੇ ਤੇਰੇ ਜਿਹੜੇ ਰਿਸ਼ਤੇਦਾਰ ਆ, ਤੇਰੇ ਜਿਹੜੇ ਸਾਕ ਸੰਬੰਧੀ, ਤੇਰੇ ਪਰਿਵਾਰ ਦੇ ਯਾਦ ਰੱਖ ਮੈਂਬਰ ਆ, ਇਹਨਾਂ ਸਾਰਿਆਂ ਨੇ ਤੇਰੇ ਸਾਹਮਣੇ ਮਰ ਜਾਣਾ ਇੱਕ ਦਿਨ, ਸਭ ਨੇ ਮਰ ਜਾਣਾ ਹੈ। ਇੰਨੇ ਸ਼ਬਦ ਜਦੋਂ ਵਰਤੇ, ਤੂੰ ਇਕੱਲੇ ਨੇ ਜਿਉਂਦੇ ਰਹਿ ਜਾਣਾ ਹੈ, ਬਾਕੀ ਸਾਰਿਆਂ ਨੇ ਮਰ ਜਾਣਾ। ਜਦੋਂ ਵਿਦਵਾਨ ਨੇ ਇਹੋ ਜਿਹੇ ਬੋਲ ਬੋਲੇ ਤੇ ਗੁੱਸੇ ਦੇ ਵਿੱਚ ਰਾਜੇ ਨੇ
उस विद्वान नूं सदा दे वास्ते कैद विच जिहड़ा वा उम्र कैद जिहड़ी आ उहनूं सुना दित्ती। ते एक पासे फिर दूजे विद्वान नूं बुलाया, दूसरा विद्वान आया, उन्होंने भी यही गल कही राजन ने। कहण लगा विद्वान जी मेरे जिहड़े दंद ने ये सुपने दे विच मैनूं इंज सुपना आया भी ये दंद टुट गए ने सारे, इहदा भाव मैनूं समझाओ। ते उस विद्वान ने जिहड़ी उन्हें शब्द वरते वो कहण लगा राजन तुहाडे जिहड़े जीव ने उन्हां तो तुहाडी उम्र वधेरे होवेगी, तुहाडे जिहड़े परिवार दे मैंबर ने उन्हां तो ज़्यादा वधेरी उम्र जिहड़ी तुसीं भोगोगे। हुण एक ने कहा कि तुहाडे सामने तुहाडे परिवार दे जी मर जाणगे, तुसीं जिउंदे रहोगे। गुस्से दे विच आके राजे ने जदों ये शब्द सुने भी मेरे परिवार दे जीआं दे बारे इन्नी गल क्यों कह रहा है, उन्हें चुक के याद रखो उम्र कैद याद रखो कर दिता, जेल दे विच बंद कर दिता। पर उही दूजा विद्वान जिहड़ा है उन्हें आख्या कि तुहाडे जिहड़े परिवारक मैंबर ने उन्हां तो वडेरी उम्र तुहाडी होवेगी। ते उन्हूं राजे ने सत्कार दिता। असल दे विच बंदे दी बोल बाणी ही बंदे नूं याद रखो इज्जत दिवाउंदी है। महाराज कहंदे बाबा बोलीए पत होए, जे आपां याद रखो चंगे बोल बोलांगे चंगे शब्द बोलांगे तां फिर सानू इज्जत की प्राप्ति होएगी। जिथे भी जाओ महाराज की बाणी कहंदी है भला भला ही कहो, किसी का बुरा ना सोचो, किसी का बुरा ना करो, किसी के लिए बुरे शब्द ना बोलो। जिथे जाइए भला कहिए, सुरत शब्द लवाइए, जिथे भी जाके तुसी बैठो हर एक दा भला मंगो, क्योंकि गुरु नानक दा घर ते हमेशा भला ही मंगदा आ रहा है। नानक नाम चढ़दी कला तेरे भाणे सरबत दा भला। अज बाबे नानक ने जदों इहो जिहा सुनेहा दुनिया दे विच दिता ते संसार दे अंदर संगत जी झाती मार लो, जिहड़ा भी वर्ग बाबे नानक दा नाम लैंदा है वह धन गुरु नानक साहब कह के संबोधित हुंदा है, क्योंकि बाबे नानक दे सुनेहा ही इहो जिहा दिता, सरबत दे भले दी गल कीती है। बाबा फरीद साहब भी यही गल कहंदे आ, फरीदा बुरे दा भला कर गुस्सा मन ना हंडाए, देही रोग ना लगई पल्ले सब किश पाए। मिठे बोल बोलिया कर, क्योंकि मिठे बोलों ने ही तेनू इज्जत दिवाउणी है, मिठे बोलों ने ही तेरा याद रख जीवन सवारना है। भैड़े ते मंदे बोल बोलन नाल जीवन खुवार हुंदा है। पहले बंद विच पातशाह जी बड़ी कीमती गल दा जिक्र कर रहे। महाराज कहंदे लब कुत्ता कूड़ चूहड़ा ठग खादा मुरदार। हुण देखो ये आपां झाती मारीए कि जिस बंदे दे अंदर लोभ पैदा हो गया ना, लोभ, उन्होंने बाणी दे विच कुत्ता कहा है। लोभ नूं जिहड़ा लोभी इंसान है, शरीर उहदा मनुख वर्गा है, पर सोच बिरती जिहड़ी कुत्ते वर्गी है, लालसा बिरती जिहड़ी आ वो कुत्ते वर्गी है। इस करके महाराज जी ने लब नूं कुत्ता कहा। कूड़ जिहड़ा बंदा झूठ बोलदा अपनी जुबान तो, याद रखो उन्होंने महाराज जी ने चूड़ा शब्द वरतिया। लब कुत्ता कूड़ चूड़ा ठग खादा मुरदार। महाराज कहंदे आ लोग पुरातन समय मुरदार नहीं सन खांदे, मुर्दा नहीं सन खांदे, क्योंकि अपने आप कोई चीज़ जिहड़ी मरी होनी उन्होंने नहीं खाना। महाराज कहंदे आ जिहड़ा ठगियां मार रहा है ये असल दे विच मुरदार खान दे बराबर है। जिहड़ा झूठ बोल रहा है ये असल दे विच अपनी जुबान तो झूठ दे बोल रहा है, ये असल दे विच चूड़े बनने वाली गल है। लब कुत्ता ते लोभ याद रखो जिहड़ा वा जिस मनुख दे अंदर है ये कुत्ते बनने वाली गल है। हुण जिहड़े ये शब्द वरते महाराज ने, महाराज कहंदे भाई जिहड़ा भी किसी भी जात विच कोई पैदा होवे, जे उहदे बोल चंगे ने, सच दे बोल रहा वा, ते ओह याद रखो किसी भी तरह का नीवीं या उच्ची जात की इत्थे गल नहीं। इत्थे बंदे दी बोल बाणी, बंदे दी याद रखो ख्याल जिहड़े एक इहो जिहे आ, इत्थों स्पष्ट हुंदा है। जे बंदा सच दे बोल बोलदा है ते ओह सचियार बनदा है, झूठ बोलेगा ते महाराज कहंदे आ फिर झूठा कहलाया जावेगा। इस करके पर नंदा पर मल मुख सुधी आगण करोध चंडाल। पराई निंदिया करनी, याद रखो मैल इकट्ठी करनी इक्को बराबर है। महाराज कहंदे आ आगण क्रोध चंडाल, अंदर अग दियां लाटां बल रही, क्रोध दियां लाटां बल रही, ये असल दे विच चंडाल की तरह कार्य कर रही ने। रस कस आप सलाहन ए कर्म मेरे करतार।
ਸਾਡਾ ਸੁਭਾਅ ਇਸ ਤਰ੍ਹਾਂ ਦਾ ਹੈ, ਅਸੀਂ ਲੋਭੀ ਹਾਂ, ਅਸੀਂ ਕੂੜ ਨਾਲ ਝੂਠ ਨਾਲ ਭਰੇ ਹੋਏ ਹਾਂ, ਠੱਗੀਆਂ ਮਾਰ ਰਹੇ ਹਾਂ, ਨਿੰਦਿਆ ਕਰ ਰਹੇ ਹਾਂ, ਤੇ ਮਹਾਰਾਜ ਕਹਿੰਦੇ ਕ੍ਰੋਧ ਦੇ ਵਿੱਚ ਜੀਵਨ ਹੰਢਾ ਰਹੇ ਆ, ਕ੍ਰੋਧ ਦੀਆਂ ਲਾਟਾਂ ਸਾਡੇ ਅੰਦਰ ਬਲ ਰਹੀਆਂ ਨੇ। ਹੁਣ ਇਹੋ ਜਿਹੇ ਰਸਾਂ ਦੇ ਵਿੱਚ ਅਸੀਂ ਪਏ ਹੋਏ ਹਾਂ, ਤੇ ਮਹਾਰਾਜ ਕਹਿੰਦੇ ਇਹ ਕਰਮ ਅਸਲ ਦੇ ਵਿੱਚ ਜਿਹੜੇ ਮੈਂ ਕਰ ਰਿਹਾ, ਇਹ ਕਰਮ ਮੇਰੇ ਕਰਤਾਰ ਮੇਰੇ ਮਾਲਕ ਜੀ ਇਹੋ ਜਿਹਾ ਹੈ ਮੇਰਾ ਸੁਭਾਅ। ਲੋਭੀ ਹੈ, ਝੂਠ ਤੇ ਫਰੇਬ ਦੇ ਵਿੱਚ ਮੈਂ ਜੀਵਨ ਹੰਢਾ ਰਿਹਾ, ਠੱਗੀਆਂ ਮਾਰ ਰਿਹਾ ਵਾਂ, ਪਰਾਏ ਨਿੰਦਿਆ ਕਰ ਰਿਹਾ ਵਾਂ, ਪਰਾਏ ਤਨ ਤੇ ਅੱਖ ਰੱਖ ਰਿਹਾ ਵਾਂ, ਅਗਨ ਦੀਆਂ ਲਾਟਾਂ ਮੇਰੇ ਅੰਦਰ ਕ੍ਰੋਧ ਦੀਆਂ ਬਲ ਰਹੀਆਂ ਵਾਂ, ਇਹੋ ਜਿਹਾ ਮੇਰਾ ਸੁਭਾਅ, ਇਹੋ ਜਿਹੇ ਰਸਾਂ ਕਸਾਂ ਦੇ ਵਿੱਚ ਮੈਂ ਫਸਿਆ ਵਾਂ, ਕਿਵੇਂ ਮੇਰਾ ਸੁਭਾਅ ਬਦਲੇਗਾ? ਮਹਾਰਾਜ ਕਹਿੰਦੇ ਆ ਸੱਜਣਾ ਤੇਰਾ ਸੁਭਾਅ ਚੇਂਜ ਹੋ ਸਕਦਾ ਹੈ, ਤੂੰ ਸਤ ਸੰਗਤ ਕਰ, ਤੂੰ ਉਹਨਾਂ ਵਿੱਚ ਬੈਠ ਜਿਹੜੇ ਚੰਗੇ ਬੋਲ ਬੋਲਦੇ ਆ, ਸਹੀ ਪਿਆਰੇ ਮੇਲ ਜਿਨ ਮਿਲਿਆ ਤੇਰਾ ਨਾਮ ਚਿੱਤੇ ਆਵੇ, ਜਿਹੜੇ ਰੱਬ ਪਰਮੇਸ਼ਰ ਦੀ ਬੰਦਗੀ ਕਰਨ ਵਾਲੇ ਉਹਨਾਂ 'ਚ ਬੈਠੇਗਾ, ਇਹ ਸਾਰੀ ਬਿਰਤੀ ਤੇਰੀ ਜਿਹੜੀ ਆ ਬਦਲ ਜਾਏਗੀ, ਇਹ ਸੋਚ ਜਿਹੜੀ ਤੇਰੀ ਬਣੀ ਆ ਇਹ ਮਿਟ ਜਾਏਗੀ, ਨਵਾਂ ਜੀਵਨ ਤੈਨੂੰ ਪ੍ਰਾਪਤ ਹੋਵੇਗਾ, ਤੂੰ ਉੱਤਮ ਬਣ ਜਾਵੇਗਾ। ਪਰ ਜੇ ਸੱਜਣਾ ਇਸੇ ਤਰ੍ਹਾਂ ਜੀਵਨ ਹੰਢਾਉਂਦਾ ਰਿਹਾ, ਲੋਭ ਗ੍ਰਸਤ ਹੋ ਕੇ, ਕ੍ਰੋਧ ਗ੍ਰਸਤ ਹੋ ਕੇ, ਝੂਠ ਬੋਲ ਕੇ, ਨਿੰਦਿਆ ਕਰਕੇ, ਤੇ ਮਹਾਰਾਜ ਕਹਿੰਦੇ ਇਹਨਾਂ ਰਸਾਂ ਵਿੱਚ ਫਸਿਆ ਰਵੇਗਾ, ਫਿਰ ਨੀਚ ਕਰਮ ਬਹਿ ਰੋਏ। ਫਿਰ ਯਾਦ ਰੱਖ, ਨੀਚ ਕਰਮ ਬਹਿ ਰੋਏ, ਜੀਵਨ ਦੇ ਵਿੱਚ ਖੁਆਰ ਹੋਵੇਗਾ। ਜੇ ਉੱਤਮ ਬਣਨਾ ਚਾਹੁੰਦਾ ਹੈ ਤਾਂ ਕਰ ਬੰਦੇ ਤੂੰ ਬੰਦਗੀ, ਫਿਰ ਰੱਬ ਦੀ ਬੰਦਗੀ ਕਰ ਲੈ, ਪ੍ਰਭੂ ਦੀ ਭਗਤੀ ਕਰ। ਮਹਾਰਾਜ ਜੀ ਦੂਜੇ ਬੰਦ ਵਿੱਚ ਜ਼ਿਕਰ ਕਰਦੇ, ਸਤਿਗੁਰੂ ਜੀ ਨੇ 9 ਤਰ੍ਹਾਂ ਦੇ ਰਸ ਜਿਹੜੇ ਸਰੀਰ ਨੂੰ ਲੱਗੇ ਹੋਏ ਆ ਇਹਨਾਂ ਦਾ ਜ਼ਿਕਰ ਕੀਤਾ। ਮਹਾਰਾਜ ਕਹਿੰਦੇ ਰਸ ਸੋਇਣਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ, ਰਸ ਮੀਠਾ ਰਸ ਮਾਸ, ਏਤੇ ਰਸ ਸਰੀਰ ਕੈ ਘਟ ਨਾਮ ਨਿਵਾਸ। ਹੁਣ ਸਾਹਿਬ ਨੇ 9 ਤਰ੍ਹਾਂ ਦੇ ਰਸ ਜਿਹੜੇ ਸਰੀਰ ਨੂੰ ਜਿਹੜੇ ਚੰਬੜੇ ਆ ਇਹਨਾਂ ਦਾ ਜ਼ਿਕਰ ਕੀਤਾ। ਸਰੀਰ ਨੂੰ ਰਸ ਚੰਬੜਿਆ ਇਹ ਸੋਨੇ ਦਾ, ਸਰੀਰ ਨੂੰ ਰਸ ਚੰਬੜਿਆ ਇਹ ਚਾਂਦੀ ਦਾ, ਸਰੀਰ ਨੂੰ ਰਸ ਚੰਬੜਿਆ ਇਹ ਪਰਾਏ ਤਨ ਦਾ, ਸਰੀਰ ਨੂੰ ਰਸ ਚੰਬੜਿਆ ਇਹ ਯਾਦ ਰੱਖੋ ਪਰਾਈ ਵਾਸ਼ਨਾ ਦਾ, ਸਰੀਰ ਨੂੰ ਰਸ ਚੰਬੜਿਆ ਇਹ ਘੋੜਿਆਂ ਇਤਿਆਦਿਕ ਗੱਡੀਆਂ ਦੀ, ਯਾਦ ਰੱਖੋ ਆਮ, ਯਾਦ ਰੱਖੋ ਉਹਨਾਂ ਦੀ ਸੈਰ ਦਾ। ਮਹਾਰਾਜ ਕਹਿੰਦੇ ਆ ਸੇਜ ਮੰਦਰ ਘਰ, ਇਹਨਾਂ ਸਾਰੇ ਰਸਾਂ ਦੇ ਵਿੱਚ ਫਸਿਆ ਮਿੱਠਾ ਤੇ ਮਾਸ, ਇਹ 9 ਤਰ੍ਹਾਂ ਦੇ ਰਸ ਜਿਹੜੇ ਆ ਤੇਰੇ ਸਰੀਰ ਨੂੰ ਚੰਬੜੇ। ਏਤੇ ਰਸ ਸਰੀਰ ਕੈ ਘਟ ਨਾਮ ਨਿਵਾਸ। ਕਹਿੰਦੇ ਜਿਸ ਸਰੀਰ ਨੂੰ ਇੰਨੇ ਰਸ ਚੰਬੜੇ ਆ ਉਸ ਸਰੀਰ ਦੇ ਵਿੱਚ ਨਾਮ ਰਸ ਕਿਵੇਂ ਆ ਸਕਦਾ? ਨਾਮ ਰਸ ਜਿੰਨਾ ਚਿਰ ਨਹੀਂ ਪੀਂਦਾ ਉਹਨਾਂ ਚਿਰ ਜੀਵਨ ਦੇ ਵਿੱਚ ਸੱਚ ਨਾਲ ਨਹੀਂ ਜੁੜ ਸਕਦਾ। ਪਰ ਜੇ ਮਨ ਇੰਨੇ ਰਸਾਂ ਨਾਲ ਜੁੜਿਆ ਫਿਰ ਨਾਮ ਰਸ ਵਿੱਚ ਨਹੀਂ ਜੁੜ ਸਕਦਾ। ਮਹਾਰਾਜ ਕਹਿੰਦੇ ਇੱਕ ਵਾਰ ਸਜਣਾ ਇਹਨਾਂ ਰਸਾਂ ਕਸਾਂ ਤੋਂ ਉੱਪਰ ਉੱਠ ਕੇ ਨਾਮ ਰਸ ਪੀਆ ਰੇ, ਜਿਹੇ ਰਸ ਵਿਸਰ ਗਏ ਰਸ ਔਰ, ਫਿਰ ਉਹ ਦੂਜੇ ਰਸ ਤੈਨੂੰ ਵਿਸਰ ਜਾਣਗੇ, ਭੁੱਲ ਜਾਣਗੇ। ਇੱਕ ਵਾਰ ਨਾਮ ਰਸ ਪੀ ਕੇ ਤਾਂ ਵੇਖ, ਤੇਰੀ ਬੋਲ ਬਾਣੀ ਦੇ ਵਿੱਚ ਬਦਲਾਵ ਆਵੇਗਾ, ਤੇਰੇ ਜੀਵਨ 'ਚ ਬਦਲਾਵ ਆ ਜਾਵੇਗਾ। ਇਸ ਕਰਕੇ ਬਾਣੀ ਪੜ੍ਹ, ਬਾਣੀ ਸਿਮਰ, ਕਿਉਂਕਿ ਬਾਣੀ ਨੇ ਤੇਰੇ ਅੰਦਰ ਮਿਠਾਸ ਪੈਦਾ ਕਰਨੀ, ਬਾਣੀ ਨੇ ਤੇਰੇ ਅੰਦਰ ਯਾਦ ਰੱਖ ਗਿਆਨ ਪੈਦਾ ਕਰਨਾ ਹੈ। ਸਤਿਗੁਰੂ ਜੀ ਬਚਨ ਕਰਦੇ, ਮਹਾਰਾਜ ਕਹਿੰਦੇ ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਜਿੱਥੇ ਯਾਦ ਰੱਖ ਕਿ ਤੈਨੂੰ ਸੱਚ ਨਾਲੋਂ ਟੁੱਟ ਕੇ, ਤੇ ਯਾਦ ਰੱਖ ਕਿਤੇ ਉਸ ਜਗ੍ਹਾ ਤੇ ਜਾ ਕੇ ਤੈਨੂੰ ਵਿਚਰਨਾ ਪਵੇ, ਤਾਂ ਫਿਰ ਯਾਦ ਰੱਖ ਉਹ ਜਗ੍ਹਾ ਛੱਡ ਦੇ, ਭੈੜੇ ਅਸਥਾਨ ਵਾਲੀ, ਭੈੜੀ ਸੰਗਤ ਵਾਲੀ, ਕਿਉਂਕਿ ਜਿੱਥੇ ਚੰਗੇ ਬੋਲਣਾ ਸਿੱਖਣ ਨੂੰ ਮਿਲਣ ਉਹਨਾਂ ਵਿੱਚ ਨਹੀਂ ਬੈਠਣਾ ਚਾਹੀਦਾ। ਮਹਾਰਾਜ ਜੀ ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀਐ। ਕਹਿੰਦੇ ਜੇ ਸਤਿਪੁਰਸ਼ ਲੱਭੇ ਨਾ ਕੋਈ, ਤੇ ਉਹਦੇ ਨਾਲ ਕਦੀ ਢਿੱਲ ਨਾ ਕਰੋ, ਉਹਦੇ ਨਾਲ ਵਿਚਾਰ ਕਰੋ, ਉਹਦੇ ਬੋਲ ਸੁਣੋ, ਉਹਦੇ ਯਾਦ ਰੱਖੋ ਕੋਲ ਕਈ ਘੰਟੇ ਵੀ ਬੈਠਣਾ ਪਵੇ, ਜੇ ਯਾਦ ਰੱਖੋ ਉਹ ਲੰਮਾ ਵਕਤ ਵੀ ਬੈਠਣਾ ਪਵੇ, ਤੇ ਕਦੀ ਨਾ ਸਮਾਂ ਖੁਝਾਓ। ਸੰਤ ਮਿਲੈ ਕਿਛ ਸੁਣੀਐ ਕਹੀਐ, ਪਰ ਜੇ ਕਿਤੇ ਮਿਲੈ ਅਸੰਤ ਮਸਤ ਕਰ ਰਹੀ ਹੈ। ਜੇ ਭੈੜੇ ਬੋਲ ਬੋਲਣ ਵਾਲਾ ਕੋਈ ਟੱਕਰ ਜਾਏ ਤੇ ਉੱਥੋਂ ਕੰਨ ਲਵੇਟ ਕੇ ਤੁਰ ਜਾਣਾ ਚਾਹੀਦਾ ਹੈ। ਮਾੜੇ ਬੋਲ ਬੋਲਣ ਵਾਲਾ ਕਿਤੇ ਮਿਲ ਜਾਏ ਉਹਦੀ ਨਹੀਂ ਸੁਣਨੀ ਚਾਹੀਦੀ, ਸੁਣਨੀ ਉਹਦੀ ਚਾਹੀਦੀ ਹੈ ਜਿਹਦੇ ਬੋਲ ਪਿਆਰੇ ਆ, ਜਿਹਦੀ ਭਾਸ਼ਾ ਵਧੀਆ ਹੈ, ਕਿਉਂਕਿ ਉਹੀ ਬੋਲ ਤੈਨੂੰ ਪਰਮੇਸ਼ਰ ਦੇ ਰਾਹ ਤੇ ਤੋਰ ਸਕਦੇ ਆ। ਇਸ ਕਰਕੇ ਮਹਾਰਾਜ ਜੀ ਬਚਨ ਵਰਤਦੇ ਆ, ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ। ਜਿਹੜੇ ਬੋਲ ਬੋਲਣ ਦੇ ਨਾਲ ਇੱਜ਼ਤ ਪ੍ਰਾਪਤ ਹੁੰਦੀ ਹੈ, ਸੋ ਬੋਲਿਆ ਪ੍ਰਵਾਨ। ਉਹੀ ਹੈ ਅਸਲ ਦੇ ਵਿੱਚ ਪ੍ਰਵਾਨ,
ਉਹ ਬੋਲ ਬਾਣੀ, ਉਹ ਸ਼ਬਦ ਤੁਹਾਡੇ ਪ੍ਰਮਾਣ ਹਨ, ਜਿਹੜੀ ਜਿਸ ਬੋਲਾਂ ਨੂੰ ਬੋਲਣ ਨਾਲ ਇੱਜ਼ਤ ਮਿਲੇ। ਅੱਜ ਕੁਦਰਤ ਦੀ ਹਰ ਸ਼ੈ ਯਾਦ ਰੱਖੋ ਤੁਹਾਡੇ ਕੋਲੋਂ ਇੱਜ਼ਤ ਭਾਲਦੀ ਹੈ। ਰਿਸ਼ਤੇਦਾਰ, ਸਾਕ ਸੰਬੰਧੀ ਆਪ ਦੇ ਤੋਂ ਵੱਡੇ ਹੋਣ, ਉਹਨਾਂ ਦੇ ਆਦਰ ਸਤਿਕਾਰ ਵਿੱਚ ਜਿਹੜੇ ਸ਼ਬਦ ਵਰਤਣੇ ਸਾਨੂੰ ਵਰਤਣੇ ਚਾਹੀਦੇ। ਆਪ ਤੋਂ ਛੋਟੇ ਹੋਣ ਤੇ ਉਹਨਾਂ ਦਾ ਵੀ ਯਾਦ ਰੱਖੋ ਸਤਿਕਾਰਕ ਸ਼ਬਦ ਉਹਨਾਂ ਲਈ ਵਰਤਣੇ ਚਾਹੀਦੇ ਆ, ਤਾਂ ਕਿ ਉਹ ਵੀ ਜਦੋਂ ਤੁਸੀਂ ਚੰਗੇ ਤੇ ਮਿੱਠੇ ਬੋਲ ਉਹਨਾਂ ਨਾਲ ਬੋਲੋਗੇ, ਅੱਗੋਂ ਉਹ ਵੀ ਤੁਹਾਡੇ ਨਾਲ ਚੰਗੇ ਤੇ ਮਿੱਠੇ ਬੋਲ ਬੋਲਣਗੇ। ਪਰ ਜੇ ਆਪਾਂ ਫਿੱਕੇ ਬੋਲ ਬੋਲਾਂਗੇ ਤੇ ਯਾਦ ਰੱਖੋ, ਮਾਫ ਕਰਿਓ, ਇਹ ਭੁਲੇਖਾ ਮਨ ਵਿੱਚੋਂ ਕੱਢ ਦਈਏ। ਯਾਦ ਰੱਖੋ, ਬੋਲੀਏ ਫਿੱਕੇ ਬੋਲ ਤੇ ਭਾਲੀਏ ਉਹਨਾਂ ਦੇ ਕੋਲੋਂ ਮਿੱਠੇ ਬੋਲ ਨਹੀਂ। ਜਿਹੋ ਜਿਹੇ ਬੋਲ ਬੋਲਾਂਗੇ ਉਹੋ ਜਿਹੇ ਬੋਲ ਸਾਨੂੰ ਫਿਰ ਪ੍ਰਾਪਤ ਹੋਣਗੇ। ਇਸ ਕਰਕੇ ਮਹਾਰਾਜ ਜੀ ਕਹਿੰਦੇ, ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਹੇ ਮੂਰਖ ਮਨ, ਤੂੰ ਫਿੱਕੇ ਬੋਲ ਬੋਲ ਕੇ ਫਿਰ ਝੁਰਦਾ ਰਹਿਣਾ ਹੈ, ਡੁੱਬਦਾ ਰਹਿਣਾ ਹੈ। ਇਸ ਕਰਕੇ ਯਾਦ ਰੱਖ, ਫਿੱਕੇ ਬੋਲ ਨਹੀਂ ਬੋਲਣੇ। ਮੰਦਾ ਕਿਸੇ ਨਹੀਂ ਆਖਣਾ, ਕਿਸੇ ਨੂੰ ਮੰਦਾ, ਕਿਸੇ ਨੂੰ ਭੈੜਾ ਨਹੀਂ ਬੋਲਣਾ। ਮੰਦਾ ਕਿਸੇ ਨਾਲ ਆਖ ਝਗੜਾ ਪਾਵਣਾ। ਮਹਾਰਾਜ ਕਹਿੰਦੇ ਕਿਸੇ ਨੂੰ ਮੰਦੇ ਬੋਲ ਨਾ ਬੋਲੀ, ਕਿਉਂਕਿ ਮੰਦੇ ਬੋਲਾਂ ਵਿੱਚ ਝਗੜਾ ਹੈ। ਮੰਦੇ ਬੋਲ ਬੋਲਣ ਦੇ ਨਾਲ ਝਗੜਾ ਪੈਦਾ ਹੁੰਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਆ, ਕਿਸੇ ਨੂੰ ਫਿੱਕੇ ਬੋਲ ਨਾ ਬੋਲੀ। ਜੋ ਤਿਸ ਭਾਵ ਐਸੇ ਭਲੇ, ਹੋਰ ਕੇ ਕਹਿਣ ਵਖਾਣ। ਜਿਹੜੇ ਸੱਜਣ ਰੱਬ ਪਰਮੇਸ਼ਰ ਮਾਲਕ ਦੇ ਰਾਹ ਵਾਲੇ ਪਾਸੇ ਤੁਰੇ ਨਾ, ਉਹ ਇੱਕੋ ਹੀ ਗੱਲ ਕਹਿੰਦੇ ਆ, ਮੇਰੇ ਮਾਲਕ ਨੂੰ ਜਿੱਦਾਂ ਪਾਉਂਦਾ ਹੈ ਉੱਦਾਂ ਹੀ ਵਾਪਰਦਾ ਹੈ। ਜਿਵੇਂ ਮੇਰੇ ਮਾਲਕ ਨੂੰ ਚੰਗਾ ਲੱਗਦਾ ਉਵੇਂ ਹੁੰਦਾ ਹੈ। ਇਸ ਕਰਕੇ ਮਾਲਕ ਪਰਮੇਸ਼ਰ ਨੇ ਜਿਵੇਂ ਚਲਾਉਣਾ ਹੈ ਉਵੇਂ ਹੀ ਚੱਲਣਾ ਹੈ। ਇਸ ਕਰਕੇ ਉਹ ਕਹਿੰਦੇ ਆ ਕਿ ਜੋ ਤਿਸ ਭਾਵ ਹੈ ਸੇ ਭਲੇ, ਜਿਹੜੇ ਤੈਨੂੰ ਯਾਦ ਰੱਖ ਭਾ ਜਾਣ ਉਹ ਭਲੇ ਨੇ। ਹੋਰ ਕੇ ਕਹਿਣ ਵਖਾਣ, ਕੀ ਕਿਹਾ ਜਾ ਸਕਦਾ ਹੈ ਐਸੇ ਗੁਰਮੁਖਾਂ ਬਾਰੇ ਜਿਨ੍ਹਾਂ ਨੂੰ ਰੱਬ ਨੇ ਪਰਮੇਸ਼ਰ ਨੇ ਆਪਣੇ ਬਣਾ ਲਿਆ। ਸਾਹਿਬ ਜੀ ਕਹਿੰਦੇ ਹਨ, ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੈ ਰਹਿਆ ਸਮਾਏ। ਜਿਨ੍ਹਾਂ ਦੇ ਹਿਰਦੇ ਵਿੱਚ ਮਿੱਠੇ ਬੋਲ ਬੋਲਣ ਵਾਲਾ ਮੇਰਾ ਕਰਤਾਰ ਆ ਵਸਿਆ ਨਾ, ਮਹਾਰਾਜ ਕਹਿੰਦੇ ਉਹਨਾਂ ਦੇ ਪੱਲੇ ਕੀ ਹੈ। ਤਿੰਨ ਮਤ, ਉਹਨਾਂ ਦੀ ਮਤ ਜਿਹੜੀ ਹੈ ਬੜੀ ਉੱਚੀ ਹੈ। ਤਿੰਨ ਪਤ, ਇੱਜ਼ਤ ਜਿਹੜੀ ਹੈ ਉਹਨਾਂ ਦੀ ਬਣੀ ਰਹਿੰਦੀ ਹੈ। ਤਿੰਨ ਧਨ ਪੱਲੇ, ਨਾਮ ਰੂਪੀ ਧਨ ਜਿਹੜਾ ਉਹਨਾਂ ਦੇ ਪੱਲੇ ਹੈ। ਇਹ ਤਿੰਨ ਚੀਜ਼ਾਂ ਉਹਨਾਂ ਦੇ ਪੱਲੇ ਹੈ। ਮਤ ਬੜੀ ਉੱਚੀ ਹੈ, ਇੱਜ਼ਤ ਹੈ ਤੇ ਧਨ ਵੀ ਯਾਦ ਰੱਖੋ ਉਹਨਾਂ ਦੇ ਪੱਲੇ ਆ। ਅੱਜ ਅਸੀਂ ਇਹ ਤਿੰਨੋਂ ਚੀਜ਼ਾਂ ਚਾਹੁੰਦੇ ਹਾਂ ਕਿ ਸਾਡੇ ਮਤ ਉੱਚੀ ਹੋਵੇ, ਸਾਡੀ ਯਾਦ ਰੱਖੋ ਇੱਜ਼ਤ ਹੋਵੇ ਸਮਾਜ ਦੇ ਅੰਦਰ, ਅਸੀਂ ਧੰਨਵਾਨ ਹੋਈਏ। ਗੁਰਦੇਵ ਜੀ ਕਹਿੰਦੇ ਆ, ਜੇ ਕਿਤੇ ਤੇਰੇ ਅੰਦਰ ਇਹ ਸੋਚ ਬੈਠ ਜਾਏ ਕਿ ਰੱਬ ਨੂੰ ਹਿਰਦੇ 'ਚ ਵਸਾਉਣ ਨਾਲ ਇਹ ਤਿੰਨੋਂ ਚੀਜ਼ਾਂ ਲੱਭਦੀਆਂ ਨੇ, ਫਿਰ ਤੂੰ ਕਦੇ ਵੀ ਯਾਦ ਰੱਖ ਢਿੱਲ ਨਾ ਕਰੇ। ਅੱਜ ਬਾਬਾ ਗੁਰੂ ਨਾਨਕ ਸਾਹਿਬ ਆਪਣੀ ਬਾਣੀ ਰਾਹੀਂ ਸਾਨੂੰ ਕਹਿ ਰਿਹਾ ਹੈ, ਜੇ ਸੱਚਮੁੱਚ ਤੂੰ ਮਤ ਪਤ ਤੇ ਯਾਦ ਰੱਖ ਧਨ ਨੂੰ ਆਪਣੇ ਪੱਲੇ ਬੰਨ੍ਹਣਾ ਚਾਹੁੰਦਾ ਹੈ, ਤਾਂ ਫਿਰ ਹਿਰਦੇ ਰਹਿਆ ਸਮਾਏ। ਤਾਂ ਫਿਰ ਆਪਣੇ ਹਿਰਦੇ ਵਿੱਚ ਜਿਹੜਾ ਰੱਬ ਸਮਾਇਆ ਹੋਇਆ ਹੈ, ਉਸ ਰੱਬ ਨੂੰ ਚਿਤਵ ਲੈ, ਸੋਚ ਲੈ, ਸਮਝ ਲੈ, ਆਪਣੀ ਯਾਦ ਰੱਖ ਸਾਂਝ ਬਣਾ। ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੇ, ਜਿਨ ਹਿਰਦੇ ਰਹਿਆ ਸਮਾਏ। ਮਹਾਰਾਜ ਕਹਿੰਦੇ, ਤਿੰਨ ਕਾ ਕਿਆ ਸਲਾਹਣਾ, ਅਵਰ ਸਵਾਲਿਓ ਕਾਏ। ਸਤਿਗੁਰੂ ਕਹਿੰਦੇ ਆ ਕਿ ਜਿਨ੍ਹਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ, ਉਹਨਾਂ ਦੀ ਵਡਿਆਈ ਕੌਣ ਕਰੇ, ਕਿਉਂਕਿ ਰੱਬ ਪਰਮੇਸ਼ਰ ਹੀ ਉਹਨਾਂ ਦੀ ਯਾਦ ਰੱਖੋ ਇੱਜ਼ਤ ਕਰਨ ਵਾਲਾ, ਮਾਲਕ ਹੀ ਉਹਨਾਂ ਨੂੰ ਆਪਣੇ ਸੀਨੇ ਨਾਲ ਲਾਉਣ ਵਾਲਾ ਹੈ। ਇਹ ਉਹਦਾ ਸੁਭਾਅ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਉਹਨੂੰ ਆਪਣੇ ਯਾਦ ਰੱਖੋ ਘੁੱਟ ਕੇ ਸੀਨੇ ਨਾਲ ਲਾਉਣ ਦੀ ਤਾਕਤ ਰੱਖਦਾ ਮੇਰਾ ਮਾਲਕ। ਨਾਨਕ ਨਦਰੀ ਬਾਹਰੇ ਰਾਚੇ ਦਾਣ ਨਾ ਨਾਏ। ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਉੱਤੇ ਨਦਰੇ ਕਰਮ ਹੋਇਆ, ਜਿਹੜੇ ਯਾਦ ਰੱਖੋ ਸੱਚ ਨਾਲ ਜੁੜੇ, ਸਚਿਆਰ ਬਣੇ, ਉਹਨਾਂ ਦਾ ਜੀਵਨ ਤੇ ਬਣਦਾ ਉੱਤਮ। ਊਤਮ ਸੇਦਰ ਊਤਮ ਕਹੀਏ, ਨੀਚ ਕਰਮ ਬਹਿ ਰੋਏ। ਭੈੜੇ ਕਰਮ ਕਰਨ ਵਾਲੇ ਹਮੇਸ਼ਾ ਮਹਾਰਾਜ ਕਹਿੰਦੇ ਆ ਕਿ ਉਹ ਦੁਖੀ ਹੁੰਦੇ ਆ। ਪ੍ਰਭੂ ਦੀ ਜਿਹੜੀ ਮਿਹਰ ਦੀ ਨਜ਼ਰ ਹੈ, ਜਿਹੜੇ ਇਹਦੇ ਤੋਂ ਵਾਂਝੇ ਹੋ ਜਾਣ, ਨਾਨਕ ਨਦਰੀ ਬਾਹਰੇ, ਉਸ ਦੇ ਨਾਮ ਵਿੱਚ ਨਹੀਂ ਜੁੜਦੇ, ਮਹਾਰਾਜ ਕਹਿੰਦੇ ਰਾਚੇ ਦਾਣ ਨਾ ਨਾਏ, ਤੇ ਉਸ ਦੇ ਦਿੱਤੇ ਹੋਏ ਧਨ ਪਦਾਰਥ ਵਿੱਚ ਮਸਤ ਰਹਿੰਦੇ ਆ, ਉਹ ਹਮੇਸ਼ਾ ਡੁੱਬਦੇ ਆ, ਉਹ ਨੀਚ ਹਨ। ਮਹਾਰਾਜ ਕਹਿੰਦੇ ਆ, ਜਿਹੜੇ ਨਾਮ ਵਿੱਚ ਨਾ ਜੁੜਨ, ਜਿਹੜੇ ਕਰਤਾਰ ਦੇ ਭਜਨ ਵਿੱਚ ਨਾ ਲੱਗਣ, ਉਹ ਡੁੱਬ ਜਾਂਦੇ ਆ। ਅੱਜ ਜ਼ਰੂਰਤ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਜਿਹੜਾ ਸੁਨੇਹਾ ਹੈ, ਇਹਦੀ ਪ੍ਰਾਪਤੀ ਕਰ ਲਈਏ। ਮਹਾਰਾਜ ਕਹਿੰਦੇ ਆ, ਮਿਹਰ ਤੋਂ ਬਗੈਰ ਨਹੀਂ, ਮਿਹਰ ਤੋਂ ਬਗੈਰ ਕੁਝ ਵੀ ਸੰਭਵ ਨਹੀਂ। ਜੇ ਰੱਬ ਦੀ ਮਿਹਰ ਹੈ ਤੇ ਯਾਦ ਰੱਖ ਤੇਰਾ ਜੀਵਨ ਸਫਲ ਹੈ। ਨਾਨਕ ਨਦਰੀ ਬਾਹਰੇ
ਰਾਚੇ ਦਾਨ ਨਾ ਨਾਏ। ਤੇ ਜਿਹੜੇ ਰੱਬ ਪਰਮੇਸ਼ਰ ਖੁਦਾ ਦੇ ਨਾਮ ਤੋਂ ਬਾਹਰ ਜੀਵਨ ਬਤੀਤ ਕਰ ਰਹੇ ਆ, ਉਸ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਨੂੰ ਹੰਢਾ ਕੇ ਰੱਬ ਦੀਆਂ ਦਾਤਾਂ ਵਿੱਚ ਵਸਤ ਆ, ਫਿਰ ਵੀ ਰੱਬ ਨੂੰ ਭੁਲਾ ਕੇ ਬੈਠੇ ਹੋਏ ਆ। ਭਾਰੇ ਭੋਏ ਅਕਿਰਤ ਘਣ ਮੰਦੀ ਹੋ ਮੰਦੇ। ਭਾਈ ਸਾਹਿਬ ਕਹਿੰਦੇ, ਭਾਈ ਗੁਰਦਾਸ ਜੀ, ਉਹ ਅਸਲ ਦੇ ਵਿੱਚ ਇਸ ਧਰਤੀ ਤੇ ਬੋਝ ਨੇ, ਕਿਉਂਕਿ ਉਹ ਨਦਰੇ ਬਾਹਰੇ ਰਾਚੇਦਾਨ ਦਾ ਨਾਮ ਨੂੰ ਛੱਡ ਕੇ ਪਰਮੇਸ਼ਰ ਦੇ ਦਿੱਤੇ ਪਦਾਰਥਾਂ ਨਾਲ ਆਪਣੇ ਵਿੱਚ ਮਸਤ ਨੇ। ਸਾਹਿਬ ਕਹਿੰਦੇ ਆ ਕਿ ਉਹ ਅਸਲ ਦੇ ਵਿੱਚ ਇਸ ਧਰਤੀ ਦੇ ਉੱਤੇ ਭਾਰ ਨੇ। ਭਾਈ ਗੁਰਦਾਸ ਜੀ ਕਹਿੰਦੇ, ਭਾਰੇ ਭੋਏ ਅਕਿਰਤ ਘਣ ਮੰਦੀ ਹੂੰ ਮੰਦੇ। ਉਹ ਮੰਦੇ ਬੋਲ ਬੋਲਣ ਵਾਲੇ, ਮੰਦੇ ਜੀਵਨ ਵਾਲੇ, ਨੀਚ ਕਰਮ ਬਹਿਰੋਏ, ਭੈੜੇ ਤੇ ਨੀਚ ਕਰਮ ਕਰਨ ਵਾਲੇ ਆ, ਜਿਹੜੇ ਸੱਚ ਨਾਲ ਜੁੜ ਜਾਣ ਉਹਨਾਂ ਦਾ ਜੀਵਨ ਸਵਾਰਿਆ ਜਾਂਦਾ ਹੈ। ਇਸ ਕਰਕੇ ਗੁਰਦੇਵ ਜੀ ਕਹਿੰਦੇ ਆ, ਜੇ ਤੂੰ ਪਰਮੇਸ਼ਰ ਦੀ ਬੰਦਗੀ ਕਮਾ ਲੈ, ਪਰਮੇਸ਼ਰ ਦੀ ਬੰਦਗੀ ਕਰ ਲੈ, ਫਿਰ ਤੇਰਾ ਜੀਵਨ ਸਵਾਰਿਆ ਜਾਂਦਾ ਹੈ। ਇਸ ਕਰਕੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤ੍ਰਿਸ਼ਨਾ, ਬਹੁਤ ਨਾਹੀ ਬੋਲਣਾ। ਮਹਾਰਾਜ ਕਹਿੰਦੇ, ਜੇ ਛੱਡਣਾ ਹੈ ਲੱਭ ਨੂੰ, ਛੱਡ ਦੇ ਲੋਭ ਨੂੰ। ਫਿਰ ਮਹਾਰਾਜ ਕਹਿੰਦੇ ਆ ਹੰਕਾਰ ਤਿਆਗ ਦੇ। ਫਿਰ ਸਤਿਗੁਰ ਕਹਿੰਦੇ ਆ ਤ੍ਰਿਸ਼ਨਾ ਛੱਡ ਦੇ। ਔਰ ਯਾਦ ਰੱਖ, ਬਹੁਤਾ ਨਹੀਂ ਬੋਲਣਾ। ਇਹ ਸੰਤ ਦੇ ਸੁਭਾਅ ਦੀ ਸਭ ਤੋਂ ਵੱਡੀ ਨਿਸ਼ਾਨੀ ਹੁੰਦੀ ਹੈ ਕਿ ਸੰਤ ਜਿਹੜਾ ਹੈ ਉਹ ਬਹੁਤੇ ਬੋਲ ਨਹੀਂ ਬੋਲਦਾ। ਉਹ ਹਮੇਸ਼ਾ ਬਹੁਤ ਘੱਟ ਬੋਲਦਾ ਹੈ, ਪਰ ਉਹਦੇ ਘੱਟ ਬੋਲਣ ਦੇ ਵਿੱਚ ਵੀ ਜਿਹੜੇ ਉਹ ਚਾਰ ਸ਼ਬਦ ਵਰਤਦਾ ਹੈ, ਉਹਨਾਂ ਸ਼ਬਦਾਂ ਦੇ ਵਿੱਚ ਵੀ ਬੜਾ ਵੱਡਾ ਰਾਜ ਜਿਹੜਾ ਛੁਪਿਆ ਹੁੰਦਾ ਹੈ। ਇਸ ਕਰਕੇ ਜਿਹੜਾ ਧਰਮੀ ਬੰਦਾ ਹੈ, ਉਸ ਬੰਦੇ ਨੂੰ ਬਹੁਤਾ ਬੋਲਣ ਤੋਂ ਸਤਿਗੁਰੂ ਨੇ ਰੋਕਿਆ। ਮਹਾਰਾਜ ਕਹਿੰਦੇ, ਬਹੁਤਾ ਸ਼ਬਦ ਨਹੀਂ, ਬਹੁਤ ਜ਼ਿਆਦਾ ਨਹੀਂ ਬੋਲਣਾ, ਬੋਲਣਾ ਥੋੜਾ ਹੈ, ਪਰ ਇਹੋ ਜਿਹੇ ਬੋਲ ਬੋਲਣੇ ਆ ਕਿ ਤੇਰੇ ਯਾਦ ਰੱਖ, ਜਾਂ ਤੇਰੇ ਤੁਰ ਜਾਣ ਤੋਂ ਬਾਅਦ ਲੋਕ ਸੋਚਦੇ ਰਹਿਣ ਕਿ ਫਲਾਣਾ ਬਾਬਾ, ਫਲਾਣਾ ਸੰਤ ਜਾਂ ਫਲਾਣਾ, ਯਾਦ ਰੱਖ ਧਰਮੀ ਬੰਦਾ ਕੀ ਕਹਿ ਗਿਆ ਹੈ। ਔਰ ਉਹ ਚੀਜ਼ਾਂ ਦੁਨੀਆ ਦੇ ਵਿੱਚ ਸਦੀਆਂ ਤੱਕ ਲੋਕ ਵਿਚਾਰਦੇ ਰਹਿਣ। ਬਾਬਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਵੀ ਬੋਲਿਆ ਬੜਾ ਸੀਮਤ ਬੋਲਿਆ, ਪਰ ਮਹਾਰਾਜ ਨੇ ਉਹ ਬੋਲਿਆ ਜੋ ਰਹਿੰਦੀ ਦੁਨੀਆ ਤੱਕ ਵਿਚਾਰਦੇ ਰਹੀਏ। ਤੇ ਯਾਦ ਰੱਖੋ, ਉਹ ਮੁੱਕਣ ਵਾਲਾ ਨਹੀਂ। ਅਸਲ ਦੇ ਵਿੱਚ ਨਾਨਕ ਨਦਰੀ ਬਾਹਰੇ, ਬਿਨਾਂ ਰੱਬ ਪਰਮੇਸ਼ਰ ਦੀ ਨਜ਼ਰ ਤੋਂ ਜਿਹੜਾ ਬਾਹਰੀ ਜੀਵਨ ਹੰਡਾਉਣਾ ਹੈ, ਰਾਚੇ ਦਾਨ ਨਾ ਨਾਏ, ਨਾਮ ਤੋਂ ਬਗੈਰ ਮਸਤ ਰਹਿਣਾ ਪਰਮੇਸ਼ਰ ਦੀਆਂ ਦਿੱਤੀਆਂ ਦਾਤਾਂ ਵਿੱਚ, ਇਹ ਠੀਕ ਨਹੀਂ। ਰੱਬ ਪਰਮੇਸ਼ਰ ਦੇ ਨਾਮ ਵਿੱਚ ਜੁੜੀਏ, ਕਰਤਾਰ ਦੇ ਭਜਨ ਵਿੱਚ ਲੱਗੀਏ। ਮਹਾਰਾਜ ਕਹਿੰਦੇ, ਉਹ ਉੱਤਮ ਨੇ। ਐਸੇ ਮਨੁੱਖ ਸੋਹਣੇ ਆ, ਐਸੇ ਮਨੁੱਖ ਪਿਆਰੇ ਆ, ਜਿਨ੍ਹਾਂ ਦੇ ਉੱਤੇ ਪਰਮੇਸ਼ਰ ਦੀ ਮਿਹਰ ਹੋ ਜਾਏ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਅੱਜ ਦੇ ਇਸ ਸਾਧ ਸੰਗਤ ਜੀ ਚੌਥੇ ਸ਼ਬਦ ਦੇ ਅੰਦਰ ਬੇਸ਼ਕੀਮਤੀ ਵਿਚਾਰ ਜਿਹੜੀ ਆ ਸਾਨੂੰ ਬਖਸ਼ੀ। ਗੁਰਦੇਵ ਜੀ ਨੇ ਇਹ ਸਮਝਾਇਆ ਕਿ ਭਾਈ ਤੇਰੀ ਬੋਲ ਬਾਣੀ ਜਿਹੜੀ ਮਿਠਾਸ ਵਾਲੀ ਹੋਵੇ। ਔਰ ਜਪਜੀ ਸਾਹਿਬ ਦੀ ਬਾਣੀ 'ਚ ਵੀ ਬਾਬੇ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਭਾਖਿਆ ਭਾਉ ਅਪਾਰ, ਆਖੈ ਮੰਗੈ ਦੇਹ ਦੇਹ, ਦਾਨ ਕਰੇ ਦਾਤਾਰ। ਮਹਾਰਾਜ ਕਹਿੰਦੇ ਕਿ ਜਿਹੜੀ ਭਾਸ਼ਾ ਹੈ ਭਾਖਿਆ, ਉਹ ਪ੍ਰੇਮ ਵਾਲੀ ਹੋਏ, ਪ੍ਰੇਮ ਵਾਲੀ ਬੋਲੀ ਹੋਵੇਗੀ ਤੇ ਪ੍ਰੇਮ ਜਾਗੇਗਾ। ਇਸ ਕਰਕੇ ਗੁਰਦੇਵ ਜੀ ਬਖਸ਼ਿਸ਼ ਕਰਦੇ ਆ, ਨਾਮ ਦੀ ਦਾਤ ਪ੍ਰਾਪਤ ਕਰਕੇ ਸੱਚ ਵਿੱਚ ਲੱਗਣ ਦਾ ਯਤਨ ਕਰੀਏ। ਗੁਰਮਤ ਨੇ ਸਾਨੂੰ ਸਚਿਆਰ ਬਣਾਇਆ ਹੈ, ਗੁਰਮਤ ਨੇ ਸਾਨੂੰ ਸੱਚ ਮੁਤਾਬਕ ਜੀਵਨ ਬਤੀਤ ਕਰਨ ਦੇ ਲਈ ਪ੍ਰੇਰਿਆ ਹੈ। ਗੁਰੂ ਦੀ ਵਿਚਾਰਧਾਰਾ ਉੱਪਰ ਚੱਲਣ ਦਾ ਯਤਨ ਕਰੀਏ। ਸਹਿਬ ਕਿਰਪਾ ਕਰਨ। ਬੇਅੰਤ ਭੁੱਲਾਂ ਦੀਆਂ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।